ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 11ਵੀਂ ਦੇ ਪਾਰਟ ਨੰਬਰ 5 ਡਾਟਾਬੇਸ ਮੈਨੇਜਮੈਂਟ ਸਿਸਟਮ ਪਾਰਟ ਲੈ ਕੇ ਹਾਜ਼ਰ ਹੋਏ ਹਾਂ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ DBMS ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਪਾਰਟ ਦੇ ਉਦੇਸ਼ ਬਾਰੇ ਜਾਣ ਲੈਂਦੇ ਹਾਂ। ਇਸ ਪਾਰਟ ਦਾ ਪਹਿਲਾ ਉਦੇਸ਼ ਹੈ ਡਾਟਾਬੇਸ, ਦੂਸਰਾ ਹੈ DBMS, ਤੀਸਰਾ DBMS ਦੇ ਕਾਰਜ ਖੇਤਰ, ਚੌਥਾ ਡਾਟਾਬੇਸ ਲਾਈਫ ਸਾਈਕਲ, ਪੰਜਵਾਂ DBMS ਦੀ ਵਰਕਿੰਗ, ਛੇਵਾਂ DBMS ਦਾ ਆਰਕੀਟੈਕਚਰ, ਸੱਤਵਾਂ DBMS ਦੀਆਂ ਵਿਸ਼ੇਸ਼ਤਾਵਾਂ ਜਾਂ ਗੁਣ, ਅੱਠਵਾਂ DBMS ਦੀਆਂ ਸਮੱਸਿਆਵਾਂ ਅਤੇ ਅਖੀਰ ਵਿੱਚ ਅਸੀਂ ਇਸ ਪਾਰਟ ਦਾ ਅਭਿਆਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਡਾਟਾਬੇਸ ਬਾਰੇ ਜਾਣ ਲੈਂਦੇ ਹਾਂ। ਡਾਟਾਬੇਸ ਕੀ ਹੁੰਦਾ ਹੈ? ਸੋ ਡਾਟਾਬੇਸ ਬਹੁਤ ਸਾਰੇ ਡਾਟੇ ਦਾ ਸਮੂਹ ਹੁੰਦਾ ਹੈ। ਇਸ ਡਾਟੇ ਨੂੰ ਡਾਟਾਬੇਸ ਵਿੱਚ ਇੱਕ ਤਰਤੀਬਵਾਰ ਤਰੀਕੇ ਦੇ ਨਾਲ ਸਟੋਰ ਕੀਤਾ ਜਾਂਦਾ ਹੈ ਤਾਂ ਜੋ ਇਸ ਡਾਟੇ ਦੀ ਲੋੜ ਪੈਣ ਤੇ ਇਸ ਨੂੰ ਆਸਾਨੀ ਨਾਲ ਪ੍ਰਾਪਤ, ਇਸ ਦਾ ਪ੍ਰਬੰਧਨ ਅਤੇ ਅਪਡੇਟ ਕੀਤਾ ਜਾ ਸਕੇ। ਸੋ ਡਾਟਾਬੇਸ ਵਿੱਚ ਸਾਰੇ ਸ਼ਬਦ ਕ੍ਰਮਵਾਰ ਹੁੰਦੇ ਹਨ ਜਿਨ੍ਹਾਂ ਨੂੰ ਲੱਭਣਾ ਬਹੁਤ ਸੌਖਾ ਹੁੰਦਾ ਹੈ। ਸੋ ਡਾਟਾਬੇਸ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰਕੇ ਅਤੇ ਪ੍ਰਾਪਤ ਸੂਚਨਾ ਦੇ ਆਧਾਰ ਤੇ ਫੈਸਲੇ ਲਏ ਜਾ ਸਕਦੇ ਹਨ। ਡਾਟਾਬੇਸ ਤਿਆਰ ਕਰਨ ਲਈ ਡਾਟਾਬੇਸ ਮੈਨੇਜਮੈਂਟ ਸੌਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਹੁਣ ਅਸੀਂ ਡਾਟਾਬੇਸ ਬਣਾਉਣ ਲਈ ਜ਼ਰੂਰਤਾਂ ਬਾਰੇ ਪੜਾਂਗੇ। ਸੋ ਡਾਟਾਬੇਸ ਬਣਾਉਣ ਲਈ ਸਾਨੂੰ 4 ਐਲੀਮੈਂਟ ਦੀ ਜ਼ਰੂਰਤ ਪੈਂਦੀ ਹੈ, ਜਿਸ ਵਿੱਚ ਪਹਿਲਾ ਹੈ ਫੀਲਡ, ਦੂਸਰਾ ਰਿਕਾਰਡ, ਤੀਸਰਾ ਐਟਰੀਬਿਊਟ ਅਤੇ ਚੌਥਾ ਫਾਈਲ। ਸਭ ਤੋਂ ਪਹਿਲਾਂ ਅਸੀਂ ਫੀਲਡ ਬਾਰੇ ਜਾਣਾਂਗੇ। ਸੋ ਕਿਸੇ ਡਾਟਾਬੇਸ ਵਿੱਚ ਫੀਲਡ ਨੂੰ ਕਾਲਮ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਜਿਵੇਂ ਕਿ ਤੁਸੀਂ ਹੇਠਾਂ ਟੇਬਲ ਵਿੱਚ ਦੇਖ ਪਾ ਰਹੇ ਹੋ। ਇਸ ਟੇਬਲ ਦੇ ਵਿੱਚ ਅਸੀਂ 4 ਕਾਲਮ ਲਏ ਨੇ, ID, ਨਾਂ, ਜਮਾਤ, ਵਿਸ਼ਾ ਅਤੇ ਅੰਕ, ਅਤੇ ਹਰੇਕ ਕਾਲਮ ਦੇ ਵਿੱਚ ਕੁਝ ਅਸੀਂ ਅੰਕੜੇ ਦਰਜ ਕੀਤੇ ਹੋਏ ਨੇ। ਇਸ ਵਿੱਚ ਜੇਕਰ ਅਸੀਂ ID ਕਾਲਮ ਦੀ ਗੱਲ ਕਰੀਏ ਤੇ ID ਜਿਹੜਾ ਕਾਲਮ ਹੈ ਇਹ ਇੱਕ ਫੀਲਡ ਨੂੰ ਦਰਸਾ ਰਿਹਾ ਹੈ। ਉਸੇ ਤਰ੍ਹਾਂ ਦੇ ਨਾਲ ਜਿਹੜਾ ਨਾਂ ਹੈ, ਨਾਂ ਵਾਲਾ ਕਾਲਮ ਵੀ ਇੱਕ ਫੀਲਡ ਨੂੰ ਦਰਸਾ ਰਿਹਾ ਹੈ। ਤੇ ਇੱਕ ਕਾਲਮ ਨੂੰ ਅਸੀਂ ਫੀਲਡ ਕਹਿੰਦੇ ਹਾਂ। ਅੱਗੇ ਸਾਡੇ ਕੋਲ ਇਸ ਦਾ ਦੂਸਰਾ ਟੌਪਿਕ ਹੈ ਰਿਕਾਰਡ। ਸੋ ਕਿਸੇ ਟੇਬਲ ਵਿੱਚ ਰੋ ਨੂੰ ਰਿਕਾਰਡ ਕਿਹਾ ਜਾਂਦਾ ਹੈ। ਰਿਕਾਰਡ ਨੂੰ ਟਪਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਿਵੇਂ ਤੁਸੀਂ ਹੇਠਾਂ ਟੇਬਲ ਦੇਖ ਪਾ ਰਹੇ ਹੋ। ਇਸ ਟੇਬਲ ਦੇ ਵਿੱਚ ਜੇਕਰ ਅਸੀਂ 201 ID ਦੀ ਗੱਲ ਕਰੀਏ ਤਾਂ ਉਸ 201 ID ਦੇ ਸਾਹਮਣੇ ਲਵ ਕੁਮਾਰ, ਨੌਵੀਂ, ਕੰਪਿਊਟਰ ਸਾਇੰਸ ਅਤੇ 70 ਲਿਖਿਆ ਹੋਇਆ। ਤੇ ਜਿਹੜੀ ਪੂਰੀ ਲਾਈਨ ਹੈ ਇੱਕ ਰੋ ਨੂੰ ਦਰਸਾ ਰਹੀ ਹੈ। ਤੇ ਇੱਕ ਰੋ ਵਿੱਚ ਜਿੰਨੇ ਵੀ ਅਸੀਂ ਅੰਕੜੇ ਲਿਖੇ ਹੋਏ ਆ ਇਹ ਪੂਰੀ ਰੋ ਨੂੰ ਇੱਕ ਰਿਕਾਰਡ ਵੀ ਕਹਿੰਦੇ ਆ ਤੇ ਰੋ ਵੀ ਕਹਿੰਦੇ ਆ। ਜਿਵੇਂ ਅਸੀਂ 202 ਦੀ ਗੱਲ ਕਰਾਂਗੇ, 202 ਵਿੱਚ ਅਸੀਂ ਸੁਰਿੰਦਰ ਸਿੰਘ ਵਿਦਿਆਰਥੀ ਦਾ ਨਾਂ ਹੈ, ਨੌਵੀਂ ਉਸਦੀ ਜਮਾਤ ਹੈ, ਵਿਸ਼ਾ ਉਸਦਾ ਕੰਪਿਊਟਰ ਸਾਇੰਸ ਹੈ ਤੇ 75 ਉਸਦੇ ਅੰਕ ਨੇ। ਤਾਂ ਇਸ ਨੂੰ ਅਸੀਂ ਕੀ ਕਹਾਂਗੇ? ਇਸ ਨੂੰ ਅਸੀਂ ਇੱਕ ਰਿਕਾਰਡ ਕਹਾਂਗੇ। ਸੋ ਅੱਗੇ ਤੀਸਰੇ ਨੰਬਰ ਤੇ ਸਾਡੇ ਕੋਲ ਹੈ ਐਟਰੀਬਿਊਟ। ਸੋ ਡਾਟਾਬੇਸ ਵਿੱਚ ਐਟਰੀਬਿਊਟ ਫੀਲਡ ਦੇ ਹੈਡਿੰਗ ਨੂੰ ਕਹਿੰਦੇ ਹਾਂ। ਇਸ ਨੂੰ ਡਾਟਾ ਆਈਟਮ ਵੀ ਕਿਹਾ ਜਾਂਦਾ ਹੈ। ਸੋ ਜਿਵੇਂ ਤੁਸੀਂ ਹੇਠਲੇ ਟੇਬਲ ਵਿੱਚ ID, ਨਾਂ, ਜਮਾਤ, ਵਿਸ਼ਾ, ਇਹ ਅੰਕ ਜਿਹੜੇ ਕਾਲਮ ਦੇ ਹੈਡਿੰਗ ਦਿਖ ਰਹੇ ਹੋ, ਸੋ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਐਟਰੀਬਿਊਟ। ਅੱਗੇ ਸਾਡੇ ਕੋਲ ਹੈ ਫਾਈਲ। ਸੋ ਕੰਪਿਊਟਰ ਵਿੱਚ ਫਾਈਲ ਇੱਕ ਕੰਟੇਨਰ ਵਾਂਗ ਹੁੰਦੀ ਹੈ ਜਿਸ ਵਿੱਚ ਸੂਚਨਾ ਨੂੰ ਸਟੋਰ ਕੀਤਾ ਜਾਂਦਾ ਹੈ। ਇਹ ਫਾਈਲਾਂ ਕੰਪਿਊਟਰ ਵਿੱਚ ਕਿਸੇ ਲਾਇਬ੍ਰੇਰੀ ਜਾਂ ਦਫ਼ਤਰ ਵਿੱਚ ਵਰਤੀ ਜਾਣ ਵਾਲੀ ਕਾਗਜ਼ੀ ਫਾਈਲ ਦੀ ਡਿਜੀਟਲ ਕਾਪੀ ਵਾਂਗ ਹੁੰਦੀਆਂ ਹਨ। ਫਾਈਲ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਵੇਂ ਕਿ ਟੈਕਸਟ ਫਾਈਲ, ਡਾਟਾ ਫਾਈਲ, ਡਾਇਰੈਕਟਰੀ ਫਾਈਲ, ਬਾਈਨਰੀ ਅਤੇ ਗ੍ਰਾਫਿਕਲ ਫਾਈਲ ਆਦਿ। ਅੱਗੇ ਹੁਣ ਅਸੀਂ DBMS ਬਾਰੇ ਜਾਣਾਂਗੇ। ਸੋ DBMS ਦਾ ਪੂਰਾ ਨਾਮ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ। ਇਸ ਨੂੰ ਫਾਈਲ ਪ੍ਰੋਸੈਸਿੰਗ ਸਿਸਟਮ ਦੀ ਖਾਮੀਆਂ ਨੂੰ ਦੂਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। DBMS ਇੱਕ ਸਿਸਟਮ ਸਾਫਟਵੇਅਰ ਹੈ ਜਿਸ ਨਾਲ ਡਾਟਾਬੇਸ ਤਿਆਰ ਕੀਤੇ ਜਾਂਦੇ ਹਨ। DBMS ਯੂਜ਼ਰ ਅਤੇ ਪ੍ਰੋਗਰਾਮਰ ਨੂੰ ਡਾਟਾ ਬਣਾਉਣ, ਪ੍ਰਬੰਧ ਕਰਨ ਅਤੇ ਰਿਕਵਰੀ ਮੁਹੱਈਆ ਕਰਾਉਣ ਲਈ ਇੱਕ ਵਿਧੀ ਪੂਰਵਕ ਤਰੀਕਾ ਮੁਹੱਈਆ ਕਰਵਾਉਂਦਾ ਹੈ। DBMS ਰਾਹੀਂ ਯੂਜ਼ਰ ਡਾਟਾਬੇਸ ਵਿੱਚ ਡਾਟਾ ਨੂੰ ਪੜ੍ਹ, ਨਵਾਂ ਡਾਟਾ ਦਾਖਲ, ਅਪਡੇਟ ਅਤੇ ਡਿਲੀਟ ਕਰ ਸਕਦਾ ਹੈ। ਸੋ DBMS ਡਾਟਾਬੇਸ ਅਤੇ ਯੂਜ਼ਰ ਵਿਚਕਾਰ ਇੱਕ ਇੰਟਰਫੇਸ ਜਾਂ ਇੱਕ ਗੱਲਬਾਤ ਦਾ ਜਿਹੜਾ ਜ਼ਰੀਆ ਹੈ ਜਾਂ ਮਾਧਿਅਮ ਹੈ ਉਹ ਮੁਹੱਈਆ ਕਰਵਾਉਂਦਾ ਹੈ। ਅੱਗੇ ਹੁਣ ਅਸੀਂ DBMS ਦੇ ਕਾਰਜ ਖੇਤਰ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਇਸ ਦਾ ਕਾਰਜ ਖੇਤਰ ਹੈ ਵਿਦਿਅਕ ਸੰਸਥਾਵਾਂ। ਸੋ ਵਿਦਿਅਕ ਸੰਸਥਾਵਾਂ ਵਿੱਚ DBMS ਦੀ ਵਰਤੋਂ ਵਿਦਿਆਰਥੀਆਂ ਦੀ ਜਾਣਕਾਰੀ, ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ, ਕੋਰਸਾਂ ਦੇ ਬਾਰੇ ਡਿਟੇਲ ਅਤੇ ਗ੍ਰੇਡ ਆਦਿ ਸੂਚਨਾ ਨੂੰ ਸਟੋਰ ਕਰਨ ਲਈ DBMS ਦੀ ਵਰਤੋਂ ਕੀਤੀ ਜਾਂਦੀ ਹੈ। ਦੂਸਰਾ ਸਾਡੇ ਕੋਲ ਹੈ ਬੈਂਕ। ਸੋ DBMS ਦੀ ਵਰਤੋਂ ਬੈਂਕਾਂ ਵਿੱਚ ਗਾਹਕ ਦੀ ਜਾਣਕਾਰੀ, ਖਾਤੇ ਦੀਆਂ ਗਤੀਵਿਧੀਆਂ, ਭੁਗਤਾਨ, ਜਮ੍ਹਾਂ ਰਕਮਾਂ,
ਕਰਜ਼ੇ ਆਦਿ ਦੀ ਸੂਚਨਾ ਨੂੰ ਸਟੋਰ ਕਰਨ ਲਈ DBMS ਦੀ ਵਰਤੋਂ ਕੀਤੀ ਜਾਂਦੀ ਹੈ। ਤੀਸਰਾ ਸਾਡੇ ਕੋਲ ਹੈ ਦੂਰ ਸੰਚਾਰ। ਸੋ ਦੂਰ ਸੰਚਾਰ ਵਿੱਚ DBMS ਦੀ ਵਰਤੋਂ ਕਾਲ ਰਿਕਾਰਡ, ਮਹੀਨਾਵਾਰ ਬਿੱਲ, ਬਕਾਇਦੀ ਜਾਣਕਾਰੀ ਰੱਖਣ ਆਦਿ ਲਈ DBMS ਦੀ ਵਰਤੋਂ ਕੀਤੀ ਜਾਂਦੀ ਹੈ। ਚੌਥਾ ਸਾਡੇ ਕੋਲ ਹੈ ਨਿਰਮਾਣ। ਸੋ DBMS ਦੀ ਵਰਤੋਂ ਨਿਰਮਾਣ ਦੇ ਖੇਤਰ ਵਿੱਚ ਸਪਲਾਈ ਦੇ ਪ੍ਰਬੰਧ ਅਤੇ ਵਸਤੂਆਂ ਦੇ ਉਤਪਾਦਨ ਨੂੰ ਟਰੈਕ ਕਰਨ ਅਤੇ ਗੋਦਾਮਾਂ ਵਿੱਚ ਵਸਤੂਆਂ ਦੀ ਸਥਿਤੀ ਆਦਿ ਦੀ ਜਾਣਕਾਰੀ ਰੱਖਣ ਲਈ ਡਾਟਾਬੇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਇਸ ਦਾ ਪੰਜਵਾਂ ਖੇਤਰ ਹੈ ਯਾਤਰਾ। ਸੋ ਯਾਤਰਾ ਦੇ ਖੇਤਰ ਵਿੱਚ DBMS ਦੀ ਵਰਤੋਂ ਫਲਾਈਟ ਦੀ ਰਿਜ਼ਰਵੇਸ਼ਨ ਅਤੇ ਉਸ ਦੀ ਸਮਾਂ ਸਾਰਣੀ ਦੀ ਜਾਣਕਾਰੀ ਰਿਕਾਰਡ ਕਰਨ ਦੇ ਲਈ ਡਾਟਾਬੇਸ ਦੀ ਵਰਤੋਂ ਕੀਤੀ ਜਾਂਦੀ ਹੈ। ਛੇਵਾਂ ਸਾਡੇ ਕੋਲ ਹੈ ਵਿਕਰੀ ਜਾਂ ਸੇਲ। ਸੋ DBMS ਦੀ ਵਰਤੋਂ ਵਿਕਰੀ ਦੇ ਖੇਤਰ ਵਿੱਚ ਗਾਹਕ, ਉਤਪਾਦ ਅਤੇ ਵਿਕਰੀ ਜਾਣਕਾਰੀ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਅਗਲਾ ਸਾਡੇ ਕੋਲ ਟੌਪਿਕ ਹੈ ਡਾਟਾਬੇਸ ਲਾਈਫ ਸਾਈਕਲ। ਸੋ ਡਾਟਾਬੇਸ ਲਾਈਫ ਸਾਈਕਲ ਇੱਕ ਸੌਫਟਵੇਅਰ ਡਿਵੈਲਪਮੈਂਟ ਮਾਡਲ ਤੇ ਆਧਾਰਿਤ ਹੁੰਦਾ ਹੈ, ਜੋ ਕਿ ਕਾਰਜਾਂ ਦਾ ਸਮੂਹ ਹੁੰਦਾ ਹੈ ਜਿਸ ਦੀ ਵਰਤੋਂ ਐਪਲੀਕੇਸ਼ਨ ਸੌਫਟਵੇਅਰ ਵਿਕਸਿਤ ਕਰਨ ਲਈ ਕੀਤੀ ਜਾਂਦੀ ਹੈ। ਸੋ ਇੱਕ ਸੌਫਟਵੇਅਰ ਨੂੰ ਵਿਕਸਿਤ ਕਰਨ ਲਈ ਹੇਠਾਂ ਪ੍ਰਕਿਰਿਆਵਾਂ ਕਰਨੀਆਂ ਪੈਂਦੀਆਂ ਹਨ, ਜਿਸ ਵਿੱਚ ਪਹਿਲਾ ਹੈ ਯੋਜਨਾਬੰਦੀ, ਦੂਸਰਾ ਜ਼ਰੂਰਤਾਂ, ਤੀਸਰਾ ਡਿਜ਼ਾਈਨ, ਚੌਥਾ ਵਿਕਾਸ, ਪੰਜਵਾਂ ਲਾਗੂਕਰਨ, ਛੇਵਾਂ ਟੈਸਟਿੰਗ ਅਤੇ ਸੱਤਵਾਂ ਇੰਸਟਾਲੇਸ਼ਨ ਅਤੇ ਦੇਖਭਾਲ। ਸੋ ਸਾਡੇ ਕੋਲ ਡਾਟਾਬੇਸ ਲਾਈਫ ਸਾਈਕਲ ਦਾ ਪਹਿਲਾ ਸਟੈਪ ਹੈ ਯੋਜਨਾਬੰਦੀ ਅਤੇ ਜ਼ਰੂਰਤਾਂ। ਸੋ ਯੋਜਨਾਬੰਦੀ ਦਾ ਭਾਵ ਹੈ ਸਮੱਸਿਆ ਦਾ ਵਿਸ਼ਲੇਸ਼ਣ ਕਰਨਾ ਅਤੇ ਉਸ ਨੂੰ ਪਰਿਭਾਸ਼ਿਤ ਕਰਨਾ, ਅਤੇ ਜ਼ਰੂਰਤਾਂ ਤੋਂ ਭਾਵ ਹੈ ਯੂਜ਼ਰ ਦੀਆਂ ਜ਼ਰੂਰਤਾਂ ਨੂੰ ਜਾਣਨਾ। ਦੂਸਰਾ ਸਾਡੇ ਕੋਲ ਇਸ ਦਾ ਸਟੈਪ ਹੈ ਡਿਜ਼ਾਈਨ ਤਿਆਰ ਕਰਨਾ ਅਤੇ ਵਿਕਾਸ। ਸੋ ਡਾਟਾਬੇਸ ਦਾ ਲੌਜੀਕਲ ਅਤੇ ਫਿਜ਼ੀਕਲ ਡਿਜ਼ਾਈਨ ਤਿਆਰ ਕਰਨਾ ਅਤੇ ਡਿਜ਼ਾਈਨ ਅਨੁਸਾਰ ਇਸ ਡਾਟਾਬੇਸ ਨੂੰ ਤਿਆਰ ਕਰਨਾ। ਤੇ ਦੋਵੇਂ ਚੀਜ਼ਾਂ ਡਿਜ਼ਾਈਨ ਤਿਆਰ ਕਰਨਾ ਅਤੇ ਵਿਕਾਸ ਨੂੰ ਦਰਸਾਉਂਦੀਆਂ ਹਨ। ਅੱਗੇ ਸਾਡੇ ਕੋਲ ਇਸ ਦਾ ਤੀਸਰਾ ਸਟੈਪ ਹੈ ਲੋਡਿੰਗ ਕਰਨਾ ਅਤੇ ਲਾਗੂ ਕਰਨਾ। ਸੋ ਡਾਟਾਬੇਸ ਸਿਸਟਮ ਨੂੰ ਯੂਜ਼ਰ ਦੇ ਕੰਪਿਊਟਰ ਸਿਸਟਮ ਵਿੱਚ ਇੰਸਟਾਲ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਲਾਗੂਕਰਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਦਾ ਅਗਲਾ ਸਟੈਪ ਹੈ ਟੈਸਟਿੰਗ ਅਤੇ ਮੁਲਾਂਕਣ ਕਰਨਾ। ਸੋ ਟੈਸਟਿੰਗ ਵਿੱਚ ਡਾਟਾਬੇਸ ਵਿੱਚ ਡਾਟਾ ਭਰ ਕੇ ਉਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਦਾ ਲਾਸਟ ਸਟੈਪ ਹੈ ਇੰਸਟਾਲੇਸ਼ਨ ਅਤੇ ਦੇਖਭਾਲ। ਸੋ ਡਾਟਾਬੇਸ ਸਿਸਟਮ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਜਾਂ ਡਾਟਾਬੇਸ ਵਿੱਚ ਸੁਧਾਰ ਕਰਨ ਲਈ ਉਸ ਵਿੱਚ ਬਦਲਾਅ ਕਰਨਾ। ਸੋ ਅਗਲਾ ਸਾਡੇ ਕੋਲ ਟੌਪਿਕ ਹੈ DBMS ਦੀ ਵਰਕਿੰਗ। ਸੋ ਇੱਕ DBMS ਡਾਟਾ ਨੂੰ ਕੁਝ ਇਸ ਢੰਗ ਨਾਲ ਸਟੋਰ ਕਰਦਾ ਹੈ ਤਾਂ ਜੋ ਇਸ ਡਾਟਾਬੇਸ ਵਿੱਚੋਂ ਜਾਣਕਾਰੀ ਪ੍ਰਾਪਤ ਕਰਨਾ, ਡਾਟਾਬੇਸ ਵਿੱਚ ਬਦਲਾਅ ਕਰਨਾ ਅਤੇ ਸੂਚਨਾ ਨੂੰ ਤਿਆਰ ਕਰਨਾ ਆਸਾਨ ਹੋਵੇ। ਇੱਕ DBMS ਨੂੰ ਵੱਖੋ ਵੱਖਰੇ ਕਿਸਮ ਦੇ ਯੂਜ਼ਰ ਆਪਣੇ ਅਧਿਕਾਰ ਦੇ ਅਨੁਸਾਰ ਇਸ ਡਾਟੇ ਨੂੰ ਵੱਖ-ਵੱਖ ਉਦੇਸ਼ਾਂ ਲਈ ਵਰਤਦੇ ਹਨ। ਸੋ ਡਾਟਾ ਪ੍ਰਾਪਤ ਕਰਦੇ ਹਨ ਅਤੇ ਇਸ ਦਾ ਬੈਕਅਪ ਵੀ ਲੈਂਦੇ ਹਨ। ਸੋ DBMS ਦੇ ਯੂਜ਼ਰ ਦੀਆਂ ਸਾਡੇ ਕੋਲ 3 ਕਿਸਮਾਂ ਨੇ, ਜਿਸ ਵਿੱਚ ਪਹਿਲਾ ਸਾਡੇ ਕੋਲ ਐਂਡ ਯੂਜ਼ਰ, ਦੂਸਰਾ ਐਡਮਿਨਿਸਟ੍ਰੇਟਰ, ਤੀਸਰਾ ਡਿਜ਼ਾਈਨਰਸ। ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਵਿੱਚ ਡਿਜ਼ਾਈਨਰ ਬਾਰੇ ਜਾਣਾਂਗੇ। ਸੋ ਡਿਜ਼ਾਈਨਰ ਡਾਟਾਬੇਸ ਨਾਲ ਗੱਲਬਾਤ ਕਰਨ ਲਈ ਵੱਖ-ਵੱਖ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਪ੍ਰੋਗਰਾਮ ਲਿਖਦੇ ਹਨ। ਉਹ ਇਸ ਗੱਲ ਦਾ ਖਾਸ ਖਿਆਲ ਰੱਖਦੇ ਹਨ ਕਿ ਕਿਹੜਾ ਡਾਟਾ ਕਿਸ ਫਾਰਮੈਟ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਦੂਸਰਾ ਸਾਡੇ ਕੋਲ ਦੀ ਕਿਸਮ ਹੈ ਐਡਮਿਨਿਸਟ੍ਰੇਟਰ। ਸੋ ਐਡਮਿਨਿਸਟ੍ਰੇਟਰ ਸਮੁੱਚੇ DBMS ਸਿਸਟਮ ਦੇ ਪ੍ਰਬੰਧਨ ਦੇ ਲਈ ਜ਼ਿੰਮੇਵਾਰ ਹੁੰਦੇ ਹਨ। ਇਹਨਾਂ ਨੂੰ ਡਾਟਾਬੇਸ ਐਡਮਿਨ ਜਾਂ DBA ਯਾਨੀ ਕਿ ਡਾਟਾਬੇਸ ਐਡਮਿਨਿਸਟ੍ਰੇਟਰ ਵੀ ਕਿਹਾ ਜਾਂਦਾ ਹੈ। ਤੀਸਰੀ ਸਾਡੇ ਕੋਲ DBMS ਦੀ ਯੂਜ਼ਰ ਦੀ ਕਿਸਮ ਹੈ ਐਂਡ ਯੂਜ਼ਰ। ਸੋ ਐਂਡ ਯੂਜ਼ਰ ਉਹ ਯੂਜ਼ਰ ਹੁੰਦੇ ਹਨ ਜੋ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਨਾਲ ਗੱਲਬਾਤ ਕਰਦੇ ਹਨ। ਐਂਡ ਯੂਜ਼ਰ ਡਾਟਾਬੇਸ ਤੇ ਵੱਖੋ ਵੱਖਰੇ ਕਾਰਜ ਕਰਦੇ ਹਨ, ਜਿਵੇਂ ਕਿ ਡਾਟਾ ਮੋਡ ਪ੍ਰਾਪਤ ਕਰਨਾ, ਡਾਟੇ ਨੂੰ ਅਪਡੇਟ ਕਰਨਾ, ਮਿਟਾਉਣਾ, ਡਾਟੇ ਦਾ ਵਿਸ਼ਲੇਸ਼ਣ ਕਰਨਾ ਆਦਿ। ਅਗਲਾ ਸਾਡੇ ਕੋਲ ਟੌਪਿਕ ਹੈ DBMS ਦਾ ਆਰਕੀਟੈਕਚਰ। ਸੋ ਇੱਕ DBMS ਜਾਂ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਉਪਭੋਗਤਾਵਾਂ ਅਤੇ ਐਪਲੀਕੇਸ਼ਨਾਂ ਵਿੱਚ ਡਾਟਾ ਨੂੰ ਐਕਸੈਸ ਕਰਨ ਅਤੇ ਸਟੋਰ ਕਰਨ ਲਈ ਹਮੇਸ਼ਾ ਸਿੱਧਾ ਉਪਲਬਧ ਨਹੀਂ ਹੁੰਦਾ। ਸੋ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਕੇਂਦਰੀਕਰਨ ਜਾਂ ਲੜੀਵਾਰ ਬਣਾਇਆ ਜਾ ਸਕਦਾ ਹੈ। ਇਸ ਦੇ ਆਰਕੀਟੈਕਚਰ ਦੇ ਆਧਾਰ ਤੇ ਇਸ ਦੀਆਂ 3 ਕਿਸਮਾਂ ਹੁੰਦੀਆਂ ਹਨ, ਜਿਸ ਵਿੱਚ ਪਹਿਲਾ ਹੈ 1 ਟੀਅਰ ਆਰਕੀਟੈਕਚਰ, ਦੂਜਾ 2 ਟੀਅਰ ਆਰਕੀਟੈਕਚਰ ਅਤੇ ਤੀਸਰਾ 3 ਟੀਅਰ ਆਰਕੀਟੈਕਚਰ। ਸਭ ਤੋਂ ਪਹਿਲਾਂ ਅਸੀਂ 1 ਟੀਅਰ ਆਰਕੀਟੈਕਚਰ ਬਾਰੇ ਜਾਣਾਂਗੇ।
ਸੋ 1 ਟੀਅਰ ਆਰਕੀਟੈਕਚਰ ਵਿੱਚ DBMS ਇੱਕੋ ਇਕਾਈ ਹੈ ਜਿੱਥੇ ਉਪਭੋਗਤਾ ਸਿੱਧਾ DBMS ਤੇ ਬੈਠਦਾ ਹੈ ਅਤੇ ਇਸ ਦੀ ਵਰਤੋਂ ਕਰਦਾ ਹੈ। ਇੱਥੇ ਕੀਤੇ ਗਏ ਕੋਈ ਵੀ ਬਦਲਾਅ ਸਿੱਧੇ DBMS ਤੇ ਕੀਤੇ ਜਾਣਗੇ। ਇਹ ਅੰਤਮ ਉਪਭੋਗਤਾ ਲਈ ਸੌਖੇ ਉਪਕਰਨ ਪ੍ਰਦਾਨ ਨਹੀਂ ਕਰਦਾ। ਸੋ ਡਾਟਾਬੇਸ ਡਿਜ਼ਾਈਨਰ ਅਤੇ ਪ੍ਰੋਗਰਾਮਰ ਆਮ ਤੌਰ ਤੇ ਸਿੰਗਲ ਟੀਅਰ ਆਰਕੀਟੈਕਚਰ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਸੋ ਜਿਵੇਂ ਤੁਸੀਂ ਸਾਡਾ ਚਿੱਤਰ ਵੀ ਦੇਖ ਪਾ ਰਹੇ ਹੋ, ਇਸ ਵਿੱਚ ਯੂਜ਼ਰ ਜਾਂ ਕਲਾਇੰਟ ਸਿੱਧਾ ਹੀ DBMS ਵਿੱਚ ਜਿਹੜੇ ਬਦਲਾਅ ਹੈ ਉਹ ਕਰ ਸਕਦਾ ਹੈ। ਸੋ ਅੱਗੇ ਇਸ ਦੀ ਦੂਸਰੀ ਕਿਸਮ ਹੈ 2 ਟੀਅਰ ਆਰਕੀਟੈਕਚਰ। ਸੋ 2 ਟੀਅਰ DBMS ਆਰਕੀਟੈਕਚਰ ਵਿੱਚ ਉਪਭੋਗਤਾ ਅਤੇ DBMS ਦੇ ਵਿਚਕਾਰ ਇੱਕ ਐਪਲੀਕੇਸ਼ਨ ਲੇਅਰ ਸ਼ਾਮਿਲ ਹੁੰਦੀ ਹੈ ਜੋ ਉਪਭੋਗਤਾ ਦੀ ਬੇਨਤੀ ਨੂੰ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਨੂੰ ਸੰਚਾਰ ਕਰਨ ਅਤੇ ਫਿਰ ਡਾਟਾਬੇਸ ਤੋਂ ਉਪਭੋਗਤਾ ਨੂੰ ਜਵਾਬ ਭੇਜਣ ਲਈ ਜ਼ਿੰਮੇਵਾਰ ਹੁੰਦੀ ਹੈ। ਸੋ ਇੱਕ ਐਪਲੀਕੇਸ਼ਨ ਇੰਟਰਫੇਸ ਜਿਸ ਨੂੰ ODBC ਓਪਨ ਡਾਟਾਬੇਸ ਕਨੈਕਟੀਵਿਟੀ ਕਿਹਾ ਜਾਂਦਾ ਹੈ, ਇੱਕ API ਯਾਨੀ ਕਿ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਪ੍ਰਦਾਨ ਕਰਦਾ ਹੈ ਜੋ ਕਲਾਇੰਟ ਸਾਈਡ ਪ੍ਰੋਗਰਾਮ ਨੂੰ DBMS ਨੂੰ ਕਾਲ ਕਰਨ ਦੀ ਆਗਿਆ ਦਿੰਦਾ ਹੈ। ਬਹੁਤੇ DBMS ਵਿਕਰੇਤਾ ਆਪਣੇ DBMS ਲਈ ODBC ਡਰਾਈਵਰ ਪ੍ਰਦਾਨ ਕਰਦੇ ਹਨ। ਅਜਿਹਾ ਆਰਕੀਟੈਕਚਰ DBMS ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਦਾ ਹੈ ਕਿਉਂਕਿ ਇਹ ਸਿੱਧੇ ਉਪਭੋਗਤਾ ਦੇ ਸਾਹਮਣੇ ਨਹੀਂ ਆਉਂਦਾ। ਨਾਲ ਹੀ ਐਪਲੀਕੇਸ਼ਨ ਲੇਅਰ ਵਿੱਚ ਸੁਰੱਖਿਆ ਅਤੇ ਪ੍ਰਮਾਣਿਕਤਾ ਜਾਂਚਾਂ ਨੂੰ ਜੋੜ ਕੇ ਸੁਰੱਖਿਆ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਸੋ ਜਿਵੇਂ ਤੁਸੀਂ ਸੱਜੇ ਚਿੱਤਰ ਵਿੱਚ ਦੇਖ ਪਾ ਰਹੇ ਹੋ, ਇਸ ਵਿੱਚ ਯੂਜ਼ਰ ਜਾਂ ਕਲਾਇੰਟ ਡਾਟਾਬੇਸ ਦੇ ਨਾਲ ਸਿੱਧੇ ਤੌਰ ਤੇ ਜੁੜੇ ਨਹੀਂ ਹੁੰਦੇ। ਇਹ ਐਪਲੀਕੇਸ਼ਨ ਲੇਅਰ ਦੇ ਰਾਹੀਂ ਹੀ DBMS ਵਿੱਚ ਕੁਝ ਵੀ ਜਿਹੜੇ ਬਦਲਾਅ ਹੈ ਉਹ ਕਰ ਪਾਉਂਦੇ ਨੇ। ਤੀਸਰਾ ਸਾਡੇ ਕੋਲ ਇਸ ਦੀ ਕਿਸਮ ਹੈ 3 ਟੀਅਰ ਆਰਕੀਟੈਕਚਰ। ਸੋ 3 ਟੀਅਰ ਆਰਕੀਟੈਕਚਰ ਜਾਂ DBMS ਆਰਕੀਟੈਕਚਰ ਵੈਬ ਐਪਲੀਕੇਸ਼ਨਾਂ ਲਈ ਸਭ ਤੋਂ ਵੱਧ ਵਰਤੀ ਜਾਣ ਵਾਲੀ ਆਰਕੀਟੈਕਚਰ ਹੈ। ਇਹ 2 ਟੀਅਰ ਆਰਕੀਟੈਕਚਰ ਦਾ ਵਿਸਥਾਰ ਹੈ। 2 ਟੀਅਰ ਆਰਕੀਟੈਕਚਰ ਵਿੱਚ ਸਾਡੇ ਕੋਲ ਇੱਕ ਐਪਲੀਕੇਸ਼ਨ ਲੇਅਰ ਹੈ ਜਿਸ ਨੂੰ DBMS ਤੇ ਵੱਖੋ ਵੱਖਰੇ ਕਾਰਜਾਂ ਨੂੰ ਕਰਨ ਲਈ ਪ੍ਰੋਗਰਾਮਿਕ ਤੌਰ ਤੇ ਐਕਸੈਸ ਕੀਤਾ ਜਾ ਸਕਦਾ ਹੈ। ਸੋ ਇਸ ਵਿੱਚ ਜਿਵੇਂ ਤੁਸੀਂ ਸੱਜੇ ਚਿੱਤਰ ਦੇਖ ਪਾ ਰਹੇ ਹੋ ਕਿ ਯੂਜ਼ਰ ਜਾਂ ਕਲਾਇੰਟ ਜਿਹੜਾ ਹੈ ਉਹ DBMS ਨੂੰ GUI ਜਾਂ ਪ੍ਰੈਜੈਂਟੇਸ਼ਨ ਲੇਅਰ ਅਤੇ ਐਪਲੀਕੇਸ਼ਨ ਲੇਅਰ ਦੇ ਰਾਹੀਂ ਐਕਸੈਸ ਕਰ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਐਪਲੀਕੇਸ਼ਨ ਲੇਅਰ ਦੀ ਗੱਲ ਕਰਾਂਗੇ। ਸੋ ਐਪਲੀਕੇਸ਼ਨ ਲੇਅਰ ਆਮ ਤੌਰ ਤੇ ਡਾਟਾਬੇਸ ਐਕਸੈਸ ਭਾਸ਼ਾ ਨੂੰ ਸਮਝਦੀ ਹੈ ਅਤੇ DBMS ਨੂੰ ਅੰਤਮ ਉਪਭੋਗਤਾਵਾਂ ਜਾਂ ਐਂਡ ਯੂਜ਼ਰ ਦੀਆਂ ਬੇਨਤੀਆਂ ਦੀ ਪ੍ਰਕਿਰਿਆ ਕਰਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ 3 ਟੀਅਰ ਆਰਕੀਟੈਕਚਰ ਇੱਕ ਵਾਧੂ ਪੇਸ਼ਕਾਰੀਆਂ GUI ਲੇਅਰ ਦੀ, ਸੋ ਜੋ ਕਿ ਐਂਡ ਯੂਜ਼ਰ ਨੂੰ DBMS ਨਾਲ ਗੱਲਬਾਤ ਕਰਨ ਲਈ ਇੱਕ ਗ੍ਰਾਫਿਕਲ ਉਪਭੋਗਤਾ ਇੰਟਰਫੇਸ ਪ੍ਰੋਵਾਈਡ ਕਰਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਐਂਡ ਯੂਜ਼ਰ ਜਾਂ ਯੂਜ਼ਰ ਕਲਾਇੰਟ ਦੀ। ਸੋ GUI ਪਰਤ ਡਾਟਾਬੇਸ ਸਿਸਟਮ ਹੈ ਅਤੇ ਅੰਤਮ ਉਪਭੋਗਤਾ ਜਾਂ ਐਂਡ ਯੂਜ਼ਰ ਨੂੰ ਐਪਲੀਕੇਸ਼ਨ ਪਰਤ ਅਤੇ DBMS ਪ੍ਰਣਾਲੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਕਿ ਯੂਜ਼ਰ ਜਾਂ ਕਲਾਇੰਟ DBMS ਦੇ ਨਾਲ ਇਹਨਾਂ ਦੋਨਾਂ ਲੇਅਰ ਦੇ ਮਾਧਿਅਮ ਦੇ ਨਾਲ ਹੀ ਜਿਹੜੀ ਵਾਰਤਾ ਹੈ ਉਹ ਕਰ ਪਾ ਰਿਹਾ ਹੈ। ਸੋ ਅੱਗੇ ਹੁਣ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਜਾਂ ਗੁਣ ਜਾਂ ਲਾਭ ਬਾਰੇ ਜਾਣਾਂਗੇ। ਸੋ ਇਸ ਦੀ ਪਹਿਲੀ ਵਿਸ਼ੇਸ਼ਤਾ ਹੈ ਡਾਟਾ ਇਕਸਾਰਤਾ। ਸੋ ਡਾਟਾ ਇਕਸਾਰਤਾ ਦਾ ਅਰਥ ਹੈ ਡਾਟਾਬੇਸ ਵਿੱਚ ਡਾਟਾ ਇਕਸਾਰ ਅਤੇ ਸਹੀ ਹੁੰਦਾ ਹੈ। ਇਹ ਜ਼ਰੂਰੀ ਹੈ ਕਿਉਂਕਿ DBMS ਵਿੱਚ ਬਹੁਤ ਸਾਰੇ ਡਾਟਾਬੇਸ ਹਨ। ਇਹਨਾਂ ਸਾਰੇ ਡਾਟਾਬੇਸਾਂ ਵਿੱਚ ਡਾਟਾ ਹੁੰਦਾ ਹੈ ਜੋ ਬਹੁਤ ਸਾਰੇ ਉਪਭੋਗਤਾਵਾਂ ਨੂੰ ਦਿਖਾਈ ਦਿੰਦਾ ਹੈ। ਇਸ ਲਈ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਸਾਰੇ ਉਪਭੋਗਤਾਵਾਂ ਲਈ ਸਾਰੇ ਡਾਟਾਬੇਸ ਵਿੱਚ ਡਾਟਾ ਇਕਸਾਰ ਅਤੇ ਸਹੀ ਹੋਵੇ। ਦੂਸਰੀ ਇਸ ਦੀ ਵਿਸ਼ੇਸ਼ਤਾ ਹੈ ਡਾਟਾ ਸੁਰੱਖਿਆ। ਸੋ ਡਾਟਾਬੇਸ ਵਿੱਚ ਡਾਟਾ ਸੁਰੱਖਿਆ ਇੱਕ ਮਹੱਤਵਪੂਰਨ ਸੰਕਲਪ ਹੈ। ਸਿਰਫ ਅਧਿਕਾਰਤ ਉਪਭੋਗਤਾਵਾਂ ਨੂੰ ਡਾਟਾਬੇਸ ਤੱਕ ਪਹੁੰਚ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਦੀ ਪਛਾਣ ਉਪਭੋਗਤਾ ਦੇ ਨਾਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਪ੍ਰਮਾਣਿਤ ਹੋਣੀ ਚਾਹੀਦੀ ਹੈ। ਅਣਅਧਿਕਾਰਤ ਉਪਭੋਗਤਾਵਾਂ ਨੂੰ ਕਿਸੇ ਵੀ ਸਥਿਤੀ ਵਿੱਚ ਡਾਟਾਬੇਸ ਤੱਕ ਪਹੁੰਚ ਦੀ ਆਗਿਆ ਨਹੀਂ ਹੋਣੀ ਚਾਹੀਦੀ। ਸੋ DBMS ਡਾਟਾ ਗੋਪਨੀਯਤਾ ਲਈ ਇੱਕ ਬਿਹਤਰ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ। ਇਸ ਤਰ੍ਹਾਂ ਕੰਪਨੀਆਂ ਨੂੰ ਇੱਕ ਬਿਹਤਰ ਡਾਟਾ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ। ਅੱਗੇ ਦੀ ਤੀਸਰੀ ਵਿਸ਼ੇਸ਼ਤਾ ਹੈ ਡਾਟਾ ਸਾਂਝਾ ਕਰਨਾ। ਸੋ ਇੱਕ ਡਾਟਾਬੇਸ ਵਿੱਚ ਡਾਟਾਬੇਸ ਦੇ ਉਪਯੋਗਕਰਤਾ ਆਪਸ ਵਿੱਚ ਡਾਟਾ ਸਾਂਝਾ ਕਰ ਸਕਦੇ ਹਨ। ਡਾਟਾ ਨੂੰ ਐਕਸੈਸ ਕਰਨ ਦੇ ਅਧਿਕਾਰ ਦੇ ਕਈ ਪੱਧਰ ਹਨ ਅਤੇ ਸਿੱਟੇ ਵਜੋਂ ਡਾਟਾ ਨੂੰ ਸਿਰਫ ਸਹੀ ਪ੍ਰਮਾਣਿਕਤਾ ਪ੍ਰੋਟੋਕੋਲ ਦੇ ਆਧਾਰ ਤੇ ਸਾਂਝਾ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਰਿਮੋਟ ਉਪਯੋਗਕਰਤਾ ਡਾਟਾਬੇਸ ਨੂੰ ਨਾਲੋਂ ਨਾਲ ਐਕਸੈਸ ਕਰ ਸਕਦੇ ਹਨ ਅਤੇ ਡਾਟਾ ਨੂੰ ਆਪਸ ਵਿੱਚ ਸਾਂਝਾ ਵੀ ਕਰ ਸਕਦੇ ਹਨ। ਚੌਥੀ ਇਸ ਦੀ ਵਿਸ਼ੇਸ਼ਤਾ ਹੈ ਡਾਟਾ
ਰਿਡੰਡੈਂਸੀ ਨੂੰ ਘਟਾਉਣਾ। ਸੋ ਫਾਈਲ ਆਧਾਰਿਤ ਡਾਟਾ ਪ੍ਰਬੰਧਨ ਪ੍ਰਣਾਲੀਆਂ ਵਿੱਚ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਸਨ ਜੋ ਇੱਕ ਸਿਸਟਮ ਵਿੱਚ ਜਾਂ ਕਈ ਪ੍ਰਣਾਲੀਆਂ ਵਿੱਚ ਬਹੁਤ ਸਾਰੀਆਂ ਵੱਖਰੀਆਂ ਥਾਵਾਂ 'ਤੇ ਸਟੋਰ ਕੀਤੀਆਂ ਜਾਂਦੀਆਂ ਸਨ, ਜਿਸ ਦੇ ਕਾਰਨ ਕਈ ਵਾਰ ਇੱਕੋ ਫਾਈਲ ਦੀਆਂ ਕਈ ਕਾਪੀਆਂ ਹੁੰਦੀਆਂ ਸਨ ਜੋ ਡਾਟਾ ਰਿਡੰਡੈਂਸੀ ਵੱਲ ਲੈ ਜਾਂਦੀਆਂ ਸਨ। ਇਸ ਨੂੰ ਇੱਕ ਡਾਟਾਬੇਸ ਰਾਹੀਂ ਰੋਕਿਆ ਜਾਂਦਾ ਹੈ ਕਿਉਂਕਿ ਇੱਥੇ ਇੱਕ ਸਿੰਗਲ ਡਾਟਾਬੇਸ ਹੁੰਦਾ ਹੈ ਅਤੇ ਇਸ ਵਿੱਚ ਕੋਈ ਤਬਦੀਲੀ ਤੁਰੰਤ ਪ੍ਰਤੀਬਿੰਬਿਤ ਨਹੀਂ ਹੁੰਦੀ। ਇਸ ਦੇ ਕਾਰਨ ਡੁਪਲੀਕੇਟ ਡਾਟਾ ਦਾ ਸਾਹਮਣਾ ਕਰਨ ਦੀ ਕੋਈ ਵੀ ਸੰਭਾਵਨਾ DBMS ਵਿੱਚ ਨਹੀਂ ਹੁੰਦੀ। ਅੱਗੇ ਇਸ ਦੀ ਪੰਜਵੀਂ ਵਿਸ਼ੇਸ਼ਤਾ ਹੈ ਗੋਪਨੀਯਤਾ। ਸੋ ਇੱਕ ਡਾਟਾਬੇਸ ਵਿੱਚ ਗੋਪਨੀਯਤਾ ਨਿਯਮ ਦਾ ਮਤਲਬ ਹੈ ਕਿ ਸਿਰਫ ਅਧਿਕਾਰਤ ਉਪਭੋਗਤਾ ਹੀ ਇੱਕ ਗੋਪਨੀਯਤਾ ਦੀਆਂ ਸੀਮਾਵਾਂ ਦੇ ਅਨੁਸਾਰ ਇੱਕ ਡਾਟਾਬੇਸ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ। ਇੱਥੇ ਡਾਟਾਬੇਸ ਐਕਸੈਸ ਦੇ ਪੱਧਰ ਹਨ ਅਤੇ ਉਪਭੋਗਤਾ ਸਿਰਫ ਉਹ ਡਾਟਾ ਵੇਖ ਸਕਦਾ ਹੈ ਜਿਸ ਦੀ ਉਸ ਨੂੰ ਆਗਿਆ ਦਿੱਤੀ ਗਈ ਹੋਵੇ। ਛੇਵੀਂ ਇਸ ਦੀ ਵਿਸ਼ੇਸ਼ਤਾ ਹੈ ਬੈਕਅਪ ਅਤੇ ਰਿਕਵਰੀ। ਸੋ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਆਪਣੇ ਆਪ ਬੈਕਅਪ ਅਤੇ ਰਿਕਵਰੀ ਦਾ ਧਿਆਨ ਰੱਖਦੀ ਹੈ। ਉਪਭੋਗਤਾਵਾਂ ਨੂੰ ਸਮੇਂ-ਸਮੇਂ 'ਤੇ ਡਾਟਾ ਦਾ ਬੈਕਅਪ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਸ ਦੀ ਦੇਖਭਾਲ DBMS ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਕ੍ਰੈਸ਼ ਜਾਂ ਸਿਸਟਮ ਦੀ ਅਸਫਲਤਾ ਦੇ ਬਾਅਦ ਡਾਟਾਬੇਸ ਨੂੰ ਆਪਣੀ ਪਿਛਲੀ ਸਥਿਤੀ ਵਿੱਚ ਮੁੜ ਸਥਾਪਿਤ ਕਰਦਾ ਹੈ। ਸੱਤਵੀਂ ਇਸ ਦੀ ਵਿਸ਼ੇਸ਼ਤਾ ਹੈ ਤੇਜ਼ ਡਾਟਾ ਪਹੁੰਚ। ਸੋ ਡਾਟਾਬੇਸ ਮੈਨੇਜਮੈਂਟ ਸਿਸਟਮ ਉਪਭੋਗਤਾਵਾਂ ਨੂੰ ਡਾਟਾ ਨੂੰ ਸਹੀ ਅਤੇ ਤੇਜ਼ੀ ਨਾਲ ਐਕਸੈਸ ਕਰਨ ਦੇ ਪ੍ਰਸ਼ਨਾਂ ਦੇ ਤੇਜ਼ ਉੱਤਰ ਤਿਆਰ ਕਰਨ ਵਿੱਚ ਸਹਾਇਤਾ ਕਰਦਾ ਹੈ। ਸੋ ਅੱਗੇ ਹੁਣ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਹਾਨੀਆਂ ਜਾਂ ਕਮੀਆਂ ਬਾਰੇ ਜਾਣਾਂਗੇ। ਇਸ ਦੀ ਪਹਿਲੀ ਕਮੀ ਹੈ ਵਧੇਰੇ ਮਹਿੰਗਾ। ਸੋ ਇੱਕ ਡਾਟਾਬੇਸ ਬਣਾਉਣਾ ਅਤੇ ਉਸ ਦਾ ਪ੍ਰਬੰਧਨ ਕਰਨਾ ਬਹੁਤ ਮਹਿੰਗਾ ਹੈ। ਡਾਟਾਬੇਸ ਲਈ ਉੱਚ ਕੀਮਤ ਵਾਲੇ ਸਾਫਟਵੇਅਰ ਅਤੇ ਹਾਰਡਵੇਅਰ ਦੀ ਲੋੜ ਹੁੰਦੀ ਹੈ। ਡਾਟਾਬੇਸ ਨੂੰ ਸੰਭਾਲਣ ਲਈ ਵੀ ਉੱਚ ਸਿਖਲਾਈ ਪ੍ਰਾਪਤ ਸਟਾਫ ਦੀ ਵੀ ਜ਼ਰੂਰਤ ਪੈਂਦੀ ਹੈ ਅਤੇ ਇਸ ਦੀ ਨਿਰੰਤਰ ਦੇਖਭਾਲ ਦੀ ਵੀ ਜ਼ਰੂਰਤ ਹੁੰਦੀ ਹੈ। ਇਹ ਸਾਰੇ ਇੱਕ ਡਾਟਾਬੇਸ ਨੂੰ ਕਾਫੀ ਮਹਿੰਗਾ ਉੱਦਮ ਬਣਾਉਂਦੇ ਹਨ। ਅਤੇ ਇਹਦੀ ਦੂਸਰੀ ਕਮੀ ਹੈ ਉੱਚ ਗੁੰਝਲਤਾ। ਸੋ ਇੱਕ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਕਾਫੀ ਗੁੰਝਲਦਾਰ ਹੈ ਕਿਉਂਕਿ ਇਸ ਵਿੱਚ ਇੱਕ ਡਾਟਾਬੇਸ ਬਣਾਉਣਾ, ਉਸ ਨੂੰ ਸੋਧਣਾ ਅਤੇ ਸੰਪਾਦਿਤ ਕਰਨਾ ਸ਼ਾਮਿਲ ਹੈ। ਸਿੱਟੇ ਵਜੋਂ ਉਹ ਲੋਕ ਜੋ ਡਾਟਾਬੇਸ ਨੂੰ ਸੰਭਾਲਦੇ ਹਨ ਜਾਂ ਇਸ ਦੇ ਨਾਲ ਕੰਮ ਕਰਦੇ ਹਨ ਉਹਨਾਂ ਨੂੰ ਕਾਫੀ ਹੁਨਰਮੰਦ ਹੋਣਾ ਜ਼ਰੂਰੀ ਹੈ, ਨਹੀਂ ਤਾਂ ਤੁਹਾਡਾ ਜਿਹੜਾ ਕੀਮਤੀ ਡਾਟਾ ਹੈ ਉਹ ਨਸ਼ਟ ਹੋ ਸਕਦਾ ਹੈ। ਡਾਟਾਬੇਸ ਹੈਂਡਲਿੰਗ ਸਟਾਫ ਦੀ ਲੋੜ। ਜਿਵੇਂ ਕਿ ਪਿਛਲੇ ਨੁਕਤੇ ਵਿੱਚ ਚਰਚਾ ਕੀਤੀ ਗਈ ਹੈ, ਡਾਟਾਬੇਸ ਅਤੇ DBMS ਕਾਫੀ ਗੁੰਝਲਦਾਰ ਹਨ। ਇਸ ਲਈ ਡਾਟਾਬੇਸ ਨੂੰ ਸੰਭਾਲਣ ਲਈ ਹੁਨਰਮੰਦ ਕਰਮਚਾਰੀਆਂ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਸਰਵੋਤਮ ਸਥਿਤੀ ਵਿੱਚ ਕੰਮ ਕਰੇ। ਇਹ ਇੱਕ ਮਹਿੰਗਾ ਉੱਦਮ ਹੈ ਕਿਉਂਕਿ ਇਹਨਾਂ ਪੇਸ਼ੇਵਰਾਂ ਨੂੰ ਬਹੁਤ ਵਧੀਆ ਭੁਗਤਾਨ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ। ਚੌਥਾ ਸਾਡੇ ਕੋਲ ਡਾਟਾਬੇਸ ਅਸਫਲਤਾ। ਸੋ ਕਿਸੇ ਵੀ ਕੰਪਨੀ ਲਈ ਸਾਰੇ ਸੰਬੰਧਿਤ ਡਾਟਾ ਇੱਕ ਡਾਟਾਬੇਸ ਵਿੱਚ ਸਟੋਰ ਕੀਤੇ ਜਾਂਦੇ ਹਨ। ਇਸ ਲਈ ਇਹ ਲਾਜ਼ਮੀ ਹੈ ਕਿ ਡਾਟਾਬੇਸ ਅਨੁਕੂਲ ਸਥਿਤੀ ਵਿੱਚ ਕੰਮ ਕਰੇ ਅਤੇ ਕੋਈ ਵੀ ਅਸਫਲਤਾ ਨਾ ਹੋਵੇ। ਇੱਕ ਡਾਟਾਬੇਸ ਦੀ ਅਸਫਲਤਾ ਵਿਨਾਸ਼ਕਾਰੀ ਹੋ ਸਕਦੀ ਹੈ ਅਤੇ ਬਹੁਤ ਮਹੱਤਵਪੂਰਨ ਡਾਟਾ ਦੇ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ। ਪੰਜਵਾਂ ਹੈ ਉੱਚ ਹਾਰਡਵੇਅਰ ਲਾਗਤ। ਸੋ ਇੱਕ ਡਾਟਾਬੇਸ ਵਿੱਚ ਬਹੁਤ ਜ਼ਿਆਦਾ ਡਾਟਾ ਹੁੰਦਾ ਹੈ, ਇਸ ਲਈ ਇਹ ਸਾਰਾ ਡਾਟਾ ਸਟੋਰ ਕਰਨ ਲਈ ਇੱਕ ਵੱਡੀ ਡਿਸਕ ਸਟੋਰੇਜ ਦੀ ਲੋੜ ਹੁੰਦੀ ਹੈ। ਕਈ ਵਾਰ ਵਾਧੂ ਸਟੋਰੇਜ ਦੀ ਜ਼ਰੂਰਤ ਵੀ ਹੋ ਸਕਦੀ ਹੈ। ਇਹ ਸਭ ਹਾਰਡਵੇਅਰ ਦੇ ਖਰਚਿਆਂ ਨੂੰ ਬਹੁਤ ਵਧਾਉਂਦਾ ਹੈ ਅਤੇ ਇੱਕ ਡਾਟਾਬੇਸ ਨੂੰ ਬਹੁਤ ਮਹਿੰਗਾ ਬਣਾਉਂਦਾ ਹੈ। ਡਾਟਾ ਪਰਿਵਰਤਨ ਦੀ ਲਾਗਤ। ਜੇ ਡਾਟਾਬੇਸ ਨੂੰ ਕਿਸੇ ਤਰੀਕੇ ਨਾਲ ਬਦਲਿਆ ਜਾਂ ਸੋਧਿਆ ਗਿਆ ਹੈ ਤਾਂ ਸਾਰੇ ਡਾਟਾ ਨੂੰ ਨਵੇਂ ਰੂਪ ਵਿੱਚ ਬਦਲਣ ਦੀ ਜ਼ਰੂਰਤ ਹੁੰਦੀ ਹੈ। ਇਹ ਲਾਗਤ ਕਈ ਵਾਰ ਡਾਟਾਬੇਸ ਬਣਾਉਣ ਅਤੇ ਪ੍ਰਬੰਧਨ ਦੇ ਖਰਚਿਆਂ ਤੋਂ ਵੀ ਵੱਧ ਸਕਦੀ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਪੁਰਾਣੇ ਡਾਟਾਬੇਸ 'ਤੇ ਕੰਮ ਕਰਨ ਨੂੰ ਤਰਜੀਹ ਦਿੰਦੀਆਂ ਹਨ, ਨਾ ਕਿ ਨਵੇਂ ਡਾਟਾਬੇਸ ਵਿੱਚ ਅਪਗ੍ਰੇਡ ਕਰਨ। ਸੋ ਅੱਗੇ ਹੁਣ ਅਸੀਂ ਕਲਾਊਡ ਡਾਟਾਬੇਸ ਬਾਰੇ ਜਾਣਾਂਗੇ। ਸੋ ਕਲਾਊਡ ਡਾਟਾਬੇਸ ਉਹ ਡਾਟਾਬੇਸ ਹੈ ਜੋ ਕਲਾਊਡ ਕੰਪਿਊਟਿੰਗ ਪਲੇਟਫਾਰਮ 'ਤੇ ਆਧਾਰਿਤ ਹੈ। ਇੱਕ ਕਲਾਊਡ ਡਾਟਾਬੇਸ ਵਿੱਚ ਇੱਕ ਡਾਟਾਬੇਸ ਹੁੰਦਾ ਹੈ ਜੋ ਕਲਾਊਡ ਵਾਤਾਵਰਣ, ਨਿੱਜੀ, ਜਨਤਕ ਜਾਂ ਹਾਈਬ੍ਰਿਡ ਕਲਾਊਡ ਵਿੱਚ ਬਣਾਇਆ, ਸਥਾਪਿਤ ਅਤੇ ਐਕਸੈਸ ਕੀਤਾ ਜਾਂਦਾ ਹੈ। ਸੋ ਕਲਾਊਡ ਵਿੱਚ ਆਪਣੇ ਡਾਟਾਬੇਸ ਨੂੰ ਚਲਾਉਣ ਲਈ ਦੋ ਕਿਸਮਾਂ ਦੇ ਤਰੀਕਿਆਂ ਵਿੱਚੋਂ ਇੱਕ ਚੁਣ ਸਕਦੇ ਹਾਂ। ਤੇ ਦੋ ਤਰੀਕੇ ਹੈ, ਜਿਸ ਵਿੱਚ ਪਹਿਲਾ ਹੈ ਪਲੇਟਫਾਰਮ ਐਜ਼ ਏ ਸਰਵਿਸ ਅਤੇ ਦੂਸਰਾ ਹੈ ਡਾਟਾਬੇਸ ਐਜ਼ ਏ ਸਰਵਿਸ। ਤਾਂ ਅਸੀਂ ਹੁਣ ਇਹਨਾਂ ਦੋਨਾਂ ਤਰੀਕਿਆਂ ਬਾਰੇ ਇੱਕ ਇੱਕ ਕਰਕੇ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਪਲੇਟਫਾਰਮ ਐਜ਼ ਏ ਸਰਵਿਸ। ਸੋ ਕਲਾਊਡ ਪਲੇਟਫਾਰਮ ਜੋ ਡਾਟਾਬੇਸ ਨੂੰ ਸੀਮਿਤ ਸਮੇਂ ਲਈ ਸਥਾਪਿਤ ਕਰਨ ਅਤੇ ਪ੍ਰਬੰਧਨ ਕਰਨ ਦੀ ਆਗਿਆ ਦਿੰਦਾ ਹੈ। ਇਸ ਵਿੱਚ ਕਿਸੇ ਤੀਜੀ ਧਿਰ ਤੋਂ ਡਾਟਾਬੇਸ ਨੂੰ ਖਰੀਦ ਸਕਦੇ ਹਾਂ ਅਤੇ ਕਲਾਊਡ ਕੰਪਿਊਟਿੰਗ ਪਲੇਟਫਾਰਮਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹੋਰ ਸੇਵਾਵਾਂ ਦੀ ਵਰਤੋਂ ਵੀ ਕਰ ਸਕਦੇ ਹਾਂ।
दूसरा तरीका है डाटाबेस एज ए सर्विस। सो क्लाउड प्लेटफॉर्म जो डाटाबेस स्थापित ਕਰਨ ਅਤੇ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ ਅਤੇ ਸੇਵਾਵਾਂ ਦੇ ਇਹਨਾਂ ਹਿੱਸਿਆਂ ਲਈ ਭੁਗਤਾਨ ਕਰਦੇ ਹਨ ਨੂੰ ਡਾਟਾਬੇਸ ਐਜ਼ ਏ ਸਰਵਿਸ ਕਿਹਾ ਜਾਂਦਾ ਹੈ। ਸੋ ਹੁਣ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਪਾਰਟ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁਪਸੰਦੀ ਪ੍ਰਸ਼ਨ ਜਾਂ ਸਹੀ ਗੱਲ ਦੱਸੋ। ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਵੱਖ-ਵੱਖ ਵਿਦਿਆਰਥੀਆਂ ਦੇ ਸੰਬੰਧਿਤ ਰਿਕਾਰਡ ਦੇ ਕੱਟ ਨੂੰ ਡਾਟਾਬੇਸ ਮੰਨਿਆ ਜਾਂਦਾ ਹੈ, ਗਲਤ। ਦੂਸਰਾ ਹੈ ਡਾਟਾਬੇਸ ਡਾਟਾ ਨੂੰ ਪ੍ਰਾਪਤ ਕਰਨ, ਇਨਸਰਟ ਕਰਨ ਅਤੇ ਮਿਟਾਉਣ ਲਈ ਵਰਤਿਆ ਜਾਂਦਾ ਹੈ, ਸਹੀ। ਤੀਸਰਾ ਹੈ DBMS ਇੱਕ ਕੰਪਿਊਟਰਾਈਜ਼ ਰਿਕਾਰਡ ਕੀਪਿੰਗ ਸਿਸਟਮ ਹੈ, ਸਹੀ। ਚੌਥਾ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਹਾਰਡਵੇਅਰ ਹੈ, ਗਲਤ। ਪੰਜਵਾਂ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਡਾਟਾਬੇਸ ਨੂੰ ਮੈਨੇਜ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ, ਸਹੀ। ਇਸ ਤੋਂ ਬਾਅਦ ਸਾਡੇ ਕੋਲ ਖਾਲੀ ਥਾਵਾਂ ਭਰੋ। ਸਾਡੇ ਕੋਲ ਪਹਿਲੀ ਖਾਲੀ ਥਾਂ ਹੈ ਕਿਸੇ ਵਿਸ਼ੇਸ਼ ਆਈਟਮ ਦੀ ਸੰਬੰਧਿਤ ਜਾਣਕਾਰੀ ਨੂੰ ਕੀ ਕਿਹਾ ਜਾ ਸਕਦਾ ਹੈ, ਅਤੇ ਸਹੀ ਉੱਤਰ ਹੈ ਰਿਕਾਰਡ। ਦੂਸਰਾ ਸਾਡੇ ਕੋਲ ਪ੍ਰਸ਼ਨ ਹੈ ਫਾਈਲਾਂ ਜਾਂ ਟੇਬਲ ਦੇ ਭੰਡਾਰ ਨੂੰ ਕੀ ਕਿਹਾ ਜਾਂਦਾ ਹੈ, ਸਾਡੇ ਕੋਲ ਸਹੀ ਉੱਤਰ ਹੈ ਡਾਟਾਬੇਸ। ਤੀਸਰਾ ਹੈ DBMS ਦਾ ਕੀ ਅਰਥ ਹੈ, ਸੋ DBMS ਦਾ ਅਰਥ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਜੋ ਅਸਲ ਵਿੱਚ ਡਾਟਾਬੇਸ ਦੇ ਡਿਜ਼ਾਈਨਿੰਗ ਹਿੱਸੇ 'ਤੇ ਕੰਮ ਕਰਦੇ ਹਨ ਉਹਨਾਂ ਲੋਕਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ, ਇਸਦਾ ਸਹੀ ਉੱਤਰ ਡਾਟਾਬੇਸ ਡਿਜ਼ਾਈਨਰ। ਪੰਜਵਾਂ ਹੈ ਡੈਸ਼ ਨੂੰ ਕਾਇਮ ਰੱਖਣ ਅਤੇ ਡਾਟਾਬੇਸ ਦੇ ਪ੍ਰਬੰਧਨ ਕਰਨ ਲਈ ਕਿਸ ਦੀ ਜ਼ਿੰਮੇਵਾਰੀ ਹੁੰਦੀ ਹੈ, ਇਸਦਾ ਸਹੀ ਉੱਤਰ ਡਾਟਾਬੇਸ ਐਡਮਿਨਿਸਟ੍ਰੇਟਰ ਦੀ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ DBMS ਦੇ ਕਾਰਜ ਖੇਤਰਾਂ ਦਾ ਵਰਣਨ ਕਰੋ। ਸੋ DBMS ਦੇ ਕਾਰਜ ਖੇਤਰ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ DBMS ਦੀ ਵਰਤੋਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਜਾਣਕਾਰੀ, ਰਜਿਸਟ੍ਰੇਸ਼ਨ, ਕੋਰਸਾਂ ਅਤੇ ਗ੍ਰੇਡਾਂ ਦੀ ਸੂਚਨਾ ਰੱਖਣ ਲਈ ਕੀਤੀ ਜਾਂਦੀ ਹੈ। ਦੂਸਰਾ ਹੈ DBMS ਦੀ ਵਰਤੋਂ ਬੈਂਕਾਂ ਵਿੱਚ ਗਾਹਕਾਂ ਦੇ ਖਾਤੇ ਦੀਆਂ ਗਤੀਵਿਧੀਆਂ, ਭੁਗਤਾਨ ਅਤੇ ਕਰਜ਼ੇ ਆਦਿ ਦੀ ਸੂਚਨਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਤੀਸਰਾ ਹੈ DBMS ਦੀ ਵਰਤੋਂ ਦੂਰ ਸੰਚਾਰ ਵਿੱਚ ਕਾਲ ਰਿਕਾਰਡ, ਮਹੀਨਾਵਾਰ ਬਿੱਲ, ਬਕਾਏ ਦੀ ਜਾਣਕਾਰੀ ਰੱਖਣ ਲਈ ਵੀ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਦੂਜਾ ਪ੍ਰਸ਼ਨ ਹੈ DBMS ਦੀ ਵਰਕਿੰਗ ਬਾਰੇ ਦੱਸੋ। ਸੋ DBMS ਇੱਕ ਕੰਪਿਊਟਰਾਈਜ਼ ਰਿਕਾਰਡ ਰੱਖਣ ਵਾਲਾ ਸਿਸਟਮ ਹੈ। ਇੱਕ DBMS ਡਾਟਾ ਨੂੰ ਕੁਝ ਇਸ ਢੰਗ ਨਾਲ ਸਟੋਰ ਕਰਦਾ ਹੈ ਤਾਂ ਜੋ ਇਸ ਡਾਟਾਬੇਸ ਵਿੱਚੋਂ ਜਾਣਕਾਰੀ ਪ੍ਰਾਪਤ ਕਰਨਾ, ਡਾਟਾ ਵਿੱਚ ਬਦਲਾਵ ਕਰਨਾ ਅਤੇ ਸੂਚਨਾ ਨੂੰ ਤਿਆਰ ਕਰਨਾ ਆਸਾਨ ਹੋਵੇ। ਇੱਕ DBMS ਨੂੰ ਵੱਖੋ ਵੱਖਰੇ ਕਿਸਮ ਦੇ ਯੂਜ਼ਰ ਆਪਣੇ ਅਧਿਕਾਰ ਦੇ ਅਨੁਸਾਰ ਇਸ ਡਾਟੇ ਨੂੰ ਵੱਖ-ਵੱਖ ਉਦੇਸ਼ਾਂ ਲਈ ਵਰਤਦੇ ਹਨ, ਡਾਟਾ ਪ੍ਰਾਪਤ ਕਰਦੇ ਹਨ ਅਤੇ ਇਸ ਦਾ ਬੈਕਅਪ ਲੈਂਦੇ ਹਨ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਐਂਡ ਯੂਜ਼ਰ ਤੋਂ ਤੁਹਾਡਾ ਕੀ ਭਾਵ ਹੈ। ਸੋ ਐਂਡ ਯੂਜ਼ਰ ਉਹ ਯੂਜ਼ਰ ਹੁੰਦੇ ਹਨ ਜੋ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਨਾਲ ਗੱਲਬਾਤ ਕਰਦੇ ਹਨ। ਐਂਡ ਯੂਜ਼ਰ ਡਾਟਾਬੇਸ 'ਤੇ ਵੱਖੋ ਵੱਖਰੇ ਕਾਰਜ ਕਰਦੇ ਹਨ, ਜਿਵੇਂ ਕਿ ਡਾਟਾ ਮੁੜ ਪ੍ਰਾਪਤ ਕਰਨਾ, ਡਾਟੇ ਨੂੰ ਅਪਡੇਟ ਕਰਨਾ, ਡਾਟੇ ਨੂੰ ਮਿਟਾਉਣਾ ਅਤੇ ਡਾਟੇ ਦਾ ਵਿਸ਼ਲੇਸ਼ਣ ਕਰਨਾ ਆਦਿ। ਸੋ ਐਂਡ ਯੂਜ਼ਰ ਸਧਾਰਨ ਦਰਸ਼ਕਾਂ ਤੋਂ ਲੈ ਕੇ ਕਾਰੋਬਾਰੀ ਵਿਸ਼ਲੇਸ਼ਕ ਵਰਗੇ ਸੂਝਵਾਨ ਉਪਭੋਗਤਾ ਹੋ ਸਕਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ DBMS ਵਿੱਚ 2 ਟਾਇਰ DBMS ਆਰਕੀਟੈਕਚਰ ਬਾਰੇ ਦੱਸੋ। ਸੋ 2 ਟਾਇਰ DBMS ਆਰਕੀਟੈਕਚਰ ਵਿੱਚ ਉਪਭੋਗਤਾ ਅਤੇ DBMS ਦੇ ਵਿਚਕਾਰ ਇੱਕ ਐਪਲੀਕੇਸ਼ਨ ਲੇਅਰ ਸ਼ਾਮਲ ਹੁੰਦੀ ਹੈ ਜੋ ਉਪਭੋਗਤਾ ਦੀ ਬੇਨਤੀ ਨੂੰ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਨੂੰ ਸੰਚਾਰ ਕਰਨ ਅਤੇ ਫਿਰ DBMS ਤੋਂ ਉਪਭੋਗਤਾਵਾਂ ਨੂੰ ਜਵਾਬ ਭੇਜਣ ਲਈ ਜ਼ਿੰਮੇਵਾਰ ਹੁੰਦੀ ਹੈ। ਅੱਗੇ ਸਾਡੇ ਕੋਲ ਇਸ ਦਾ ਪੰਜਵਾਂ ਪ੍ਰਸ਼ਨ ਹੈ ਕਲਾਊਡ ਡਾਟਾਬੇਸ ਕੀ ਹੁੰਦਾ ਹੈ। ਸੋ ਕਲਾਊਡ ਡਾਟਾਬੇਸ ਉਹ ਡਾਟਾਬੇਸ ਹੈ ਜੋ ਕਲਾਊਡ ਕੰਪਿਊਟਿੰਗ ਪਲੇਟਫਾਰਮ 'ਤੇ ਆਧਾਰਿਤ ਹੈ। ਇੱਕ ਕਲਾਊਡ ਡਾਟਾਬੇਸ ਇੱਕ ਡਾਟਾਬੇਸ ਹੁੰਦਾ ਹੈ ਜੋ ਕਲਾਊਡ ਵਾਤਾਵਰਣ, ਨਿੱਜੀ, ਜਨਤਕ ਜਾਂ ਹਾਈਬ੍ਰਿਡ ਕਲਾਊਡ ਵਿੱਚ ਬਣਾਇਆ, ਸਥਾਪਿਤ ਅਤੇ ਐਕਸੈਸ ਕੀਤਾ ਜਾਂਦਾ ਹੈ। ਕਲਾਊਡ ਵਿੱਚ ਆਪਣੇ ਡਾਟਾਬੇਸ ਨੂੰ ਚਲਾਉਣ ਲਈ 2 ਕਿਸਮਾਂ ਦੇ ਤਰੀਕਿਆਂ ਵਿੱਚੋਂ ਅਸੀਂ ਇੱਕ ਚੁਣ ਸਕਦੇ ਹਾਂ, ਜੋ ਕਿ ਸਾਡੇ ਕੋਲ ਜਿਸ ਵਿੱਚ ਪਹਿਲਾ ਹੈ ਪਲੇਟਫਾਰਮ ਐਜ਼ ਏ ਸਰਵਿਸ, ਦੂਸਰਾ ਹੈ ਡਾਟਾਬੇਸ ਐਜ਼ ਏ ਸਰਵਿਸ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ। ਇਸ ਵਿੱਚ ਪਹਿਲਾ ਪ੍ਰਸ਼ਨ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਇਸ ਦੀ ਸਾਡੇ ਕੋਲ ਪਹਿਲੀ ਵਿਸ਼ੇਸ਼ਤਾ ਹੈ ਡਾਟਾ ਇਕਸਾਰਤਾ। ਡਾਟਾ ਇਕਸਾਰਤਾ ਦਾ ਅਰਥ ਹੈ ਡਾਟਾਬੇਸ ਵਿੱਚ ਡਾਟਾ ਇਕਸਾਰ ਅਤੇ ਸਹੀ ਹੁੰਦਾ ਹੈ। ਇਹ ਜ਼ਰੂਰੀ ਹੈ ਕਿਉਂਕਿ DBMS ਵਿੱਚ ਬਹੁਤ ਸਾਰੇ ਡਾਟਾਬੇਸ ਹਨ। ਇਹਨਾਂ ਸਾਰੇ ਡਾਟਾਬੇਸਾਂ ਵਿੱਚ ਡਾਟਾ ਹੁੰਦਾ ਹੈ ਜੋ ਬਹੁਤ ਸਾਰੇ ਉਪਭੋਗਤਾਵਾਂ ਨੂੰ ਦਿਖਾਈ ਦਿੰਦਾ ਹੈ। ਇਸ ਲਈ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਸਾਰੇ ਉਪਭੋਗਤਾਵਾਂ ਲਈ ਸਾਰੇ ਡਾਟਾਬੇਸ ਵਿੱਚ ਡਾਟਾ ਇਕਸਾਰ ਅਤੇ ਸਹੀ ਹੋਵੇ। ਅਤੇ ਦੀ ਦੂਸਰੀ ਵਿਸ਼ੇਸ਼ਤਾ ਹੈ ਡਾਟਾ ਸੁਰੱਖਿਆ। ਸੋ ਡਾਟਾਬੇਸ ਵਿੱਚ ਡਾਟਾ ਸੁਰੱਖਿਆ ਇੱਕ ਮਹੱਤਵਪੂਰਨ ਸੰਕਲਪ ਹੈ। ਸਿਰਫ ਅਧਿਕਾਰਤ
ਉਪਭੋਗਤਾਵਾਂ ਨੂੰ ਡਾਟਾਬੇਸ ਤੱਕ ਪਹੁੰਚ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਦੀ ਪਛਾਣ ਉਪਭੋਗਤਾ ਦੇ ਨਾਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਪ੍ਰਮਾਣਿਤ ਹੋਣੀ ਚਾਹੀਦੀ ਹੈ। ਅਣਅਧਿਕਾਰਤ ਉਪਭੋਗਤਾਵਾਂ ਨੂੰ ਕਿਸੇ ਵੀ ਸਥਿਤੀ ਵਿੱਚ ਡਾਟਾਬੇਸ ਤੱਕ ਪਹੁੰਚ ਦੀ ਆਗਿਆ ਨਹੀਂ ਹੋਣੀ ਚਾਹੀਦੀ। ਅੱਗੇ ਦੀ ਤੀਸਰੀ ਵਿਸ਼ੇਸ਼ਤਾ ਹੈ ਡਾਟਾ ਸਾਂਝਾ ਕਰਨਾ। ਸੋ ਇੱਕ ਡਾਟਾਬੇਸ ਵਿੱਚ ਡਾਟਾਬੇਸ ਦੇ ਉਪਯੋਗਕਰਤਾ ਆਪਸ ਵਿੱਚ ਡਾਟਾ ਸਾਂਝਾ ਕਰ ਸਕਦੇ ਹਨ। ਡਾਟਾ ਨੂੰ ਐਕਸੈਸ ਕਰਨ ਦੇ ਅਧਿਕਾਰ ਦੇ ਕਈ ਪੱਧਰ ਹਨ ਅਤੇ ਸਿੱਟੇ ਵਜੋਂ ਡਾਟਾ ਨੂੰ ਸਿਰਫ ਸਹੀ ਪ੍ਰਮਾਣਿਕਤਾ ਪ੍ਰੋਟੋਕੋਲ ਦੇ ਆਧਾਰ ਤੇ ਸਾਂਝਾ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਰਿਮੋਟ ਉਪਭੋਗਕਰਤਾ ਜਾਂ ਉਪਯੋਗਕਰਤਾ ਡਾਟਾਬੇਸ ਨੂੰ ਨਾਲੋਂ ਨਾਲ ਐਕਸੈਸ ਕਰ ਸਕਦੇ ਹਨ ਅਤੇ ਡਾਟਾ ਨੂੰ ਆਪਸ ਵਿੱਚ ਸਾਂਝਾ ਵੀ ਕਰ ਸਕਦੇ ਹਨ। ਚੌਥੀ ਦੀ ਵਿਸ਼ੇਸ਼ਤਾ ਹੈ ਡਾਟਾ ਰਿਡੰਡੈਂਸੀ ਨੂੰ ਘਟਾਉਣਾ। ਸੋ ਫਾਈਲ ਆਧਾਰਿਤ ਡਾਟਾ ਪ੍ਰਬੰਧਨ ਪ੍ਰਣਾਲੀਆਂ ਵਿੱਚ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਹਨ ਜੋ ਇੱਕ ਸਿਸਟਮ ਵਿੱਚ ਜਾਂ ਕਈ ਪ੍ਰਣਾਲੀਆਂ ਵਿੱਚ ਬਹੁਤ ਸਾਰੀਆਂ ਵੱਖਰੀਆਂ ਥਾਵਾਂ 'ਤੇ ਸਟੋਰ ਕੀਤੀਆਂ ਜਾਂਦੀਆਂ ਹਨ। ਇਸ ਦੇ ਕਾਰਨ ਕਈ ਵਾਰ ਇੱਕੋ ਫਾਈਲ ਦੀਆਂ ਕਈ ਕਾਪੀਆਂ ਹੁੰਦੀਆਂ ਹਨ ਜੋ ਡਾਟਾ ਰਿਡੰਡੈਂਸੀ ਵੱਲ ਲੈ ਜਾਂਦੀਆਂ ਸਨ। ਇਸ ਨੂੰ ਇੱਕ ਡਾਟਾਬੇਸ ਵਿੱਚ ਰੋਕਿਆ ਜਾਂਦਾ ਹੈ ਕਿਉਂਕਿ ਇੱਥੇ ਇੱਕ ਸਿੰਗਲ ਡਾਟਾਬੇਸ ਹੁੰਦਾ ਹੈ ਅਤੇ ਇਸ ਵਿੱਚ ਕੋਈ ਤਬਦੀਲੀ ਤੁਰੰਤ ਪ੍ਰਤੀਬਿੰਬਿਤ ਨਹੀਂ ਹੁੰਦੀ। ਇਸ ਦੇ ਕਾਰਨ ਡੁਪਲੀਕੇਟ ਡਾਟਾ ਦਾ ਸਾਹਮਣਾ DBMS ਵਿੱਚ ਕਰਨ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਅੱਗੇ ਸਾਡੇ ਕੋਲ ਦੂਜਾ ਵੱਡਾ ਪ੍ਰਸ਼ਨ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਕਮੀਆਂ ਬਾਰੇ ਦੱਸੋ। ਜਿਸ ਵਿੱਚ ਸਾਡੇ ਕੋਲ ਪਹਿਲੀ ਕਮੀ ਹੈ ਵਧੇਰੇ ਮਹਿੰਗਾ। ਸੋ ਇੱਕ ਡਾਟਾਬੇਸ ਬਣਾਉਣਾ ਅਤੇ ਇਸ ਦਾ ਪ੍ਰਬੰਧਨ ਕਰਨਾ ਬਹੁਤ ਮਹਿੰਗਾ ਹੈ। ਡਾਟਾਬੇਸ ਲਈ ਉੱਚ ਕੀਮਤ ਵਾਲੇ ਸੌਫਟਵੇਅਰ ਤੇ ਹਾਰਡਵੇਅਰ ਦੀ ਲੋੜ ਹੁੰਦੀ ਹੈ। ਸੋ ਡਾਟਾਬੇਸ ਨੂੰ ਸੰਭਾਲਣ ਲਈ ਉੱਚ ਸਿਖਲਾਈ ਪ੍ਰਾਪਤ ਸਟਾਫ ਦੀ ਵੀ ਲੋੜ ਹੁੰਦੀ ਹੈ ਅਤੇ ਇਸ ਦੀ ਨਿਰੰਤਰ ਦੇਖਭਾਲ ਦੀ ਵੀ ਜ਼ਰੂਰਤ ਹੁੰਦੀ ਹੈ। ਇਹ ਸਾਰੇ ਇੱਕ ਡਾਟਾਬੇਸ ਨੂੰ ਕਾਫੀ ਮਹਿੰਗਾ ਉਦਮ ਬਣਾਉਂਦੇ ਹਨ। ਦੂਸਰੀ ਇਸ ਦੀ ਕਮੀ ਹੈ ਉੱਚ ਗੁੰਝਲਤਾ। ਇੱਕ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਕਾਫੀ ਗੁੰਝਲਦਾਰ ਹੈ ਕਿਉਂਕਿ ਇਸ ਵਿੱਚ ਇੱਕ ਡਾਟਾਬੇਸ ਬਣਾਉਣਾ, ਸੋਧਣਾ ਅਤੇ ਸੰਪਾਦਿਤ ਕਰਨਾ ਸ਼ਾਮਲ ਹੈ। ਸਿੱਟੇ ਵਜੋਂ ਉਹ ਲੋਕ ਜੋ ਡਾਟਾਬੇਸ ਨੂੰ ਸੰਭਾਲਦੇ ਹਨ ਜਾਂ ਇਸ ਦੇ ਨਾਲ ਕੰਮ ਕਰਦੇ ਹਨ ਉਹਨਾਂ ਨੂੰ ਕਾਫੀ ਹੁਨਰਮੰਦ ਹੋਣਾ ਜ਼ਰੂਰੀ ਹੈ, ਨਹੀਂ ਤਾਂ ਕੀਮਤੀ ਡਾਟਾ ਨਸ਼ਟ ਵੀ ਹੋ ਸਕਦਾ ਹੈ। ਅੱਗੇ ਦੀ ਤੀਸਰੀ ਕਮੀ ਹੈ ਡਾਟਾਬੇਸ ਹੈਂਡਲਿੰਗ ਸਟਾਫ ਦੀ ਲੋੜ। ਸੋ ਜਿਵੇਂ ਕਿ ਪਿਛਲੇ ਨੁਕਤੇ ਵਿੱਚ ਅਸੀਂ ਚਰਚਾ ਕੀਤੀ ਸੀ, ਡਾਟਾਬੇਸ ਅਤੇ DBMS ਕਾਫੀ ਗੁੰਝਲਦਾਰ ਹਨ। ਇਸ ਲਈ ਡਾਟਾਬੇਸ ਨੂੰ ਸੰਭਾਲਣ ਲਈ ਹੁਨਰਮੰਦ ਕਰਮਚਾਰੀਆਂ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਸਰਵੋਤਮ ਸਥਿਤੀ ਵਿੱਚ ਕੰਮ ਕਰ ਸਕੇ। ਇਹ ਇੱਕ ਮਹਿੰਗਾ ਉਦਮ ਹੈ ਕਿਉਂਕਿ ਇਹਨਾਂ ਪੇਸ਼ੇਵਰਾਂ ਨੂੰ ਬਹੁਤ ਵਧੀਆ ਭੁਗਤਾਨ ਜਾਂ ਤਨਖਾਹ ਦੇਣ ਦੀ ਜ਼ਰੂਰਤ ਹੁੰਦੀ ਹੈ। ਚੌਥਾ ਹੈ ਡਾਟਾਬੇਸ ਅਸਫਲਤਾ। ਸੋ ਕਿਸੇ ਵੀ ਕੰਪਨੀ ਲਈ ਸਾਰੇ ਸਮੇਂ ਦਾ ਡਾਟਾ ਇੱਕ ਡਾਟਾਬੇਸ ਵਿੱਚ ਸਟੋਰ ਕੀਤੇ ਜਾਂਦੇ ਹਨ। ਇਸ ਲਈ ਇਹ ਲਾਜ਼ਮੀ ਹੈ ਕਿ ਡਾਟਾਬੇਸ ਅਨੁਕੂਲ ਸਥਿਤੀ ਵਿੱਚ ਵੀ ਕੰਮ ਕਰੇ ਅਤੇ ਕੋਈ ਵੀ ਅਸਫਲਤਾ ਨਾ ਹੋਵੇ। ਸੋ ਇੱਕ ਡਾਟਾਬੇਸ ਦੀ ਅਸਫਲਤਾ ਵਿਨਾਸ਼ਕਾਰੀ ਹੋ ਸਕਦੀ ਹੈ ਅਤੇ ਬਹੁਤ ਮਹੱਤਵਪੂਰਨ ਡਾਟਾ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ DBMS ਦੇ ਆਰਕੀਟੈਕਚਰ ਦੀ ਵਿਆਖਿਆ ਕਰੋ। ਸੋ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਉਪਭੋਗਤਾਵਾਂ ਅਤੇ ਐਪਲੀਕੇਸ਼ਨਾਂ ਵਿੱਚ ਡਾਟਾ ਨੂੰ ਐਕਸੈਸ ਕਰਨ ਅਤੇ ਸਟੋਰ ਕਰਨ ਲਈ ਹਮੇਸ਼ਾ ਸਿੱਧਾ ਉਪਲਬਧ ਨਹੀਂ ਹੁੰਦਾ। ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਕੇਂਦਰੀ, ਵਿਕੇਂਦਰੀਕਰਨ ਜਾਂ ਲੜੀਵਾਰ ਬਣਾਇਆ ਜਾ ਸਕਦਾ ਹੈ। ਇਸ ਦੇ ਆਰਕੀਟੈਕਚਰ ਦੇ ਆਧਾਰ ਤੇ ਇਸ ਦੀਆਂ 3 ਕਿਸਮਾਂ ਹਨ, ਜਿਸ ਵਿੱਚ ਪਹਿਲਾ ਹੈ 1 ਟੀਅਰ ਆਰਕੀਟੈਕਚਰ। ਸੋ 1 ਟੀਅਰ ਆਰਕੀਟੈਕਚਰ ਵਿੱਚ DBMS ਇੱਕੋ ਇਕਾਈ ਹੈ ਜਿੱਥੇ ਉਪਭੋਗਤਾ ਸਿੱਧਾ DBMS ਤੇ ਬੈਠਦਾ ਹੈ ਅਤੇ ਇਸ ਦੀ ਵਰਤੋਂ ਕਰਦਾ ਹੈ। ਇੱਥੇ ਕੀਤੇ ਗਏ ਕੋਈ ਵੀ ਬਦਲਾਅ ਸਿੱਧੇ DBMS ਤੇ ਕੀਤੇ ਜਾਣਗੇ। ਇਹ ਐਂਡ ਯੂਜ਼ਰ ਲਈ ਸੌਖੇ ਉਪਕਰਨ ਪ੍ਰਦਾਨ ਕਰਦਾ ਹੈ। ਡਾਟਾਬੇਸ ਡਿਜ਼ਾਈਨਰ ਅਤੇ ਪ੍ਰੋਗਰਾਮਰ ਆਮ ਤੌਰ ਤੇ ਸਿੰਗਲ ਟੀਅਰ ਆਰਕੀਟੈਕਚਰ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਅੱਗੇ ਦੀ ਦੂਸਰੀ ਕਿਸਮ ਹੈ 2 ਟੀਅਰ ਆਰਕੀਟੈਕਚਰ। 2 ਟੀਅਰ ਆਰਕੀਟੈਕਚਰ ਜਾਂ DBMS ਆਰਕੀਟੈਕਚਰ ਵਿੱਚ ਉਪਭੋਗਤਾ ਅਤੇ DBMS ਦੇ ਵਿਚਕਾਰ ਇੱਕ ਐਪਲੀਕੇਸ਼ਨ ਲੇਅਰ ਸ਼ਾਮਲ ਹੁੰਦੀ ਹੈ ਜੋ ਉਪਭੋਗਤਾ ਦੀ ਬੇਨਤੀ ਨੂੰ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਨੂੰ ਸੰਚਾਰ ਕਰਨ ਅਤੇ ਫਿਰ DBMS ਤੋਂ ਉਪਭੋਗਤਾ ਨੂੰ ਜਵਾਬ ਵਾਪਸ ਭੇਜਣ ਲਈ ਜ਼ਿੰਮੇਵਾਰ ਹੁੰਦੀ ਹੈ। ਤੀਸਰਾ ਸਾਡੇ ਕੋਲ 3 ਟੀਅਰ ਆਰਕੀਟੈਕਚਰ। ਸੋ 3 ਟੀਅਰ DBMS ਆਰਕੀਟੈਕਚਰ ਵੈਬ ਐਪਲੀਕੇਸ਼ਨਾਂ ਲਈ ਸਭ ਤੋਂ ਵੱਧ ਵਰਤੀ ਜਾਣ ਵਾਲੀ ਆਰਕੀਟੈਕਚਰ ਹੈ। ਇਹ 2 ਟੀਅਰ ਆਰਕੀਟੈਕਚਰ ਦਾ ਵਿਸਤਾਰ ਹੈ। 2 ਟੀਅਰ ਆਰਕੀਟੈਕਚਰ ਵਿੱਚ ਸਾਡੇ ਕੋਲ ਇੱਕ ਐਪਲੀਕੇਸ਼ਨ ਲੇਅਰ ਹੈ ਜਿਸ ਨੂੰ DBMS ਤੇ ਵੱਖਰੇ ਕਾਰਜਾਂ ਕਰਨ ਲਈ ਪ੍ਰੋਗਰਾਮਿੰਗ ਤੌਰ ਤੇ ਐਕਸੈਸ ਕੀਤਾ ਜਾ ਸਕਦਾ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਡਾਟਾਬੇਸ ਲਾਈਫ ਸਾਈਕਲ ਬਾਰੇ ਵਿਸਤਾਰ ਨਾਲ ਦੱਸੋ। ਸੋ ਡਾਟਾਬੇਸ ਲਾਈਫ ਸਾਈਕਲ ਇੱਕ ਸੌਫਟਵੇਅਰ ਡਿਵੈਲਪਮੈਂਟ ਮਾਡਲ ਤੇ ਆਧਾਰਿਤ ਹੁੰਦਾ ਹੈ ਜੋ ਕਿ ਕਾਰਜਾਂ ਦਾ ਸਮੂਹ ਹੁੰਦਾ ਹੈ ਜਿਸ ਦੀ ਵਰਤੋਂ ਐਪਲੀਕੇਸ਼ਨ ਸੌਫਟਵੇਅਰ ਵਿਕਸਿਤ ਕਰਨ ਲਈ ਕੀਤੀ ਜਾਂਦੀ ਹੈ। ਸੋ ਇੱਕ ਸੌਫਟਵੇਅਰ ਨੂੰ ਵਿਕਸਿਤ ਕਰਨ ਲਈ ਹੇਠਾਂ ਪ੍ਰਕਿਰਿਆਵਾਂ ਕਰਨੀਆਂ ਪੈਂਦੀਆਂ ਨੇ, ਜਿਸ ਵਿੱਚ ਪਹਿਲਾ ਹੈ ਯੋਜਨਾਬੰਦੀ। ਸੋ ਯੋਜਨਾਬੰਦੀ
ਸਮੱਸਿਆ ਦਾ ਵਿਸ਼ਲੇਸ਼ਣ ਕਰਨਾ ਅਤੇ ਉਸ ਨੂੰ ਪਰਿਭਾਸ਼ਿਤ ਕਰਨਾ ਯੋਜਨਾਬੰਦੀ ਅਖਵਾਉਂਦਾ ਹੈ। ਦੂਸਰਾ ਹੈ ਜ਼ਰੂਰਤਾਂ। ਇਸ ਵਿੱਚ ਉਪਭੋਗਤਾ ਦੀ ਜ਼ਰੂਰਤਾਂ ਬਾਰੇ ਜਾਣਿਆ ਜਾਂਦਾ ਹੈ। ਤੀਸਰਾ ਹੈ ਡਿਜ਼ਾਈਨ। ਇਸ ਵਿੱਚ ਉਪਭੋਗਤਾ ਦੀ ਜ਼ਰੂਰਤ ਅਨੁਸਾਰ ਫਿਜ਼ੀਕਲ ਅਤੇ ਲੌਜੀਕਲ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ। ਚੌਥਾ ਹੈ ਵਿਕਾਸ। ਇਸ ਵਿੱਚ ਉਪਭੋਗਤਾ ਦੀ ਜ਼ਰੂਰਤ ਅਨੁਸਾਰ ਡਾਟਾਬੇਸ ਡਿਜ਼ਾਈਨ ਕੀਤਾ ਜਾਂਦਾ ਹੈ। ਪੰਜਵਾਂ ਹੈ ਲਾਗੂਕਰਨ। ਸੋ ਡਾਟਾਬੇਸ ਨੂੰ ਉਪਭੋਗਤਾ ਸਿਸਟਮ ਵਿੱਚ ਲੋਡ ਕੀਤਾ ਜਾਂਦਾ ਹੈ। ਛੇਵਾਂ ਹੈ ਟੈਸਟਿੰਗ। ਇਸ ਵਿੱਚ ਡਾਟਾਬੇਸ ਨੂੰ ਵੱਖ-ਵੱਖ ਪਲੇਟਫਾਰਮ ਤੇ ਚਲਾ ਕੇ ਵੇਖਿਆ ਜਾਂਦਾ ਹੈ। ਡਾਟਾਬੇਸ ਵਿੱਚ ਵੱਖ-ਵੱਖ ਅਮਲ ਭਰ ਕੇ ਦੀ ਜਾਂਚ ਕੀਤੀ ਜਾਂਦੀ ਹੈ। ਸੱਤਵਾਂ ਹੈ ਇੰਸਟਾਲੇਸ਼ਨ ਅਤੇ ਦੇਖਭਾਲ। ਇਸ ਵਿੱਚ ਡਾਟਾਬੇਸ ਵਿੱਚ ਆ ਰਹੀ ਮੁਸ਼ਕਲਾਂ ਦੇ ਹੱਲ ਲਈ ਅਤੇ ਡਾਟਾਬੇਸ ਵਿੱਚ ਸੁਧਾਰ ਕਰਨ ਲਈ ਮੇਨਟੇਨੈਂਸ ਟੀਮ ਨੂੰ ਇਸ ਦੀ ਦੇਖਭਾਲ ਦਾ ਜ਼ਿੰਮਾ ਸੌਂਪਿਆ ਜਾਂਦਾ ਹੈ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।